किंग्स फार्मर एंड टाउन्स अर्ली स्टेट्स एंड इकोनॉमिक्स ये चैप्टर का नाम है और ये एक एक नंबर के क्वेश्चन ਜਿਹੜੇ ਅਸੀਂ ਨਾ ਹੁਣ ਕਰਾਂਗੇ ਰੀਡ ਕਰਨੇ ਆ ਵੀ ਕਿਸਾਨ ਵੀ ਰਾਜ ਹੋ ਗਏ ਕਿਸਾਨ ਹੋ ਗਏ ਟਾਊਨਸ ਹੋ ਗਏ ਤੇ अर्ਲੀ ਸਟੇਟਸ ਹੋ ਗਈਆਂ ਤੇ ਇਕਨੋਮਿਕ ਯਾਨੀ ਕਿ ਆਰਥਿਕ ਤੰਤਰ ਕੈਸਾ ਸੀ ਉਹਨਾਂ ਦਾ ठीक है सर हाँ आ देखो इथों पढ़ते जी पहले क्वेश्चन है जी हु डिसिफर्ड ब्राह्मी एंड खरोष्टी स्क्रिप्ट्स कि ब्राह्मी ते खरोष्टी स्क्रिप्ट्स किन्ने लभी सी किन्ने खोज की सी या किस नूं इहदे बारे पता लगा सी ऑप्शन 4 है जी लेकिन जो आंसर है जेम्स प्रिंसप ये स्क्रिप्ट आ बेटा इनू आप लिपि बोलते हैं ब्रह्मी लिपि ते खरोष्टी लिपि ये अजकल नहीं चलदियां पुराने जमे समान पुराने टाइम च चलदियां हुंदियां सी अज तो कहदा 2-2.5 साल पहलों हुण नहीं हैगी शायद ते ब्रह्मी ते खरोष्टी लिपि किन्ने लभी सी ते ओहदा आंसर है जेम्स प्रिंसप ये बंदा सी जिसने इसनूं फाइंड आउट कीता सी इहने रीड कीता सी इसनूं वो कहते जी हाउ मैनी जनपदास वर देयर महाजनपदा कि किन्ने महाजनपद सी 16 ਹੁੰਦੇ ਸੀ बेटा जी टोटल 16 ਜਿਹਦੇ ਵਿੱਚੋਂ ਮਗਧ ਇੱਕ ਸਭ ਤੋਂ ਸ਼ਕਤੀਸ਼ਾਲੀ ਜਨਪਦ ਮੰਨਿਆ ਗਿਆ ਹੈ कंधार हो गया कंबोज हो गया कुरु हो गया पंचाल हो गया अवंती हो गया उज्जैन हो गया कुछ बहुत सारे इस प्रकार के 16 जनपद सी ਉਹਦੇ ਬਾਰੇ ਵੀ ਦਿੱਤਾ ਗਿਆ ਆਪਾਂ ਜ਼ਰੂਰ ਪੜਾਂਗੇ ਉਸ ਨੂੰ ओके सर और ਤੀਜਾ क्वेश्चन है जी which of the these was the most powerful कंजनपदी from 6 to 14th century BCE भी केड़ा जेड़ा जनपद सी सब तो ज़्यादा शक्तिशाली सी 6 तो लैके 4वीं सदवीं तक वो है जी मगधा ये है जी बिहार दे विच बिहार नूं उस समय मगध कहा जाता सी पुराने समय दे विच और इहदी कैपिटल सी पाटलिपुत्र जिन्हों आपां पटना बोलते हैं हुण अजकल नंबर 4 देखो 1 मिनट गोपी हेलो गुड मॉर्निंग जी हाँ जी मैं सेंड कर दिते है जी तुसीं हाँ नंबर तुहाडा किहड़ा सी पिछे 47 सी उहदे तुहाडा नंबर पिछे 47 आ नंबर दस दो तुहाडा पिछला हाँ जी 34 है कोई नहीं मैनू 1 मिनट दो फिर मैं लगता 47 ते सेंड कर दिता मैं दोबारा भेज देना तुहानूं 34 ते ना पिछला नंबर 34 तुहाडा आ जिहड़ा यही नंबर तुहाडा जिहड़ा आया हुण मेरे को ओके जी ओके ओके थैंक यू गोपी 1 मिनट दे भाई ओके सर लियाओ गड्ड के सिलेबस सारियां ले आओ एक मिनट मैं क्लास ला रहा सी या तुम 1 मिनट रुक जाओ हुण या तो 1 मिनट रुक जाओ हुण हाँ 10 मिनट का मैं पहले क्लास में खत्म कर दूंगा
ਹੋਗੇ ਨਾ ਮਿਲਦੇ ਵੇ ਆ ਜਾਓ ਸਿਲੇਬਸ ਬਾਰੇ ਲਿਖ ਲਓ ਲਿਖਾ ਚਲੋ ਕੱਢ ਕੇ ਰੱਖ ਲਿਓ ਸਿਲੇਬਸ ਸਾਰਾ ਹਾਂ ਕੱਢਦੇ ਫਿਰ ਜਿਹੜਾ ਨਵਾਂ ਵੀ ਹੈ ਮੰਮੀ ਦਸਵੀਂ ਦਾ ਹੈਗਾ 12ਵੀਂ ਦਾ ਜਿਹੜਾ ਨਵਾਂ ਵਾ ਜਿਹੜਾ ਡਿਲੀਟ ਹੋ ਗਿਆ ਹੈ 10th ਪਲੱਸ 2 ਦਾ ਹਾਂ ਹਾਂ ਚਲੋ ਠੀਕ ਹੈ ਕਰਮਜੀਤ ਹਾਂਜੀ ਸਰ ਮੈਂ ਨਾ ਆਪਣਾ ਸੈਕੰਡ ਚੈਪਟਰ ਆ ਬਈ ਮੈਂ ਇਹਦੇ ਕੁਐਸਚਨ ਆਨਸਰ ਕਰਵਾ ਰਿਹਾ ਵੈਰੀ ਸ਼ੋਰਟ हाँ जी ਵੀ ਕਿੰਗਸ ਹੈ ਫਾਰਮਰ ਹੈ ਟਾਊਨਸ ਹੈ अर्ਲੀ ਸਟੇट्स एंड ਇਕਨੋਮਿਕਾ ਜੀ ਆਰਥਿਕ ਤੰਤਰ ਕੈਸਾ ਸੀ ਵੈਸੇ ਸਾਰਾ ਤੇ ਇਹ ਚਾਰ ਕੁਐਸਚਨ ਅਸੀਂ ਪੜ੍ਹ ਚੁੱਕੇ ਹਾਂ ਵੀ ਇਹਨੇ ਉਹਨਾਂ ਬ੍ਰਹਮੀ ਦੀ ਖਰੋਸ਼ਟੀ ਲਿਪੀ ਕਿੰਨੇ ਲੱਭੀ ਸੀ ਇਹਦਾ ਨਾਮ ਜੇਮਸ ਪ੍ਰਿੰਸਪ ਸੀ ਕਿੰਨੇ ਮਹਾਜਨਪਦ ਸੀ 16 ਸੀ ਸਭ ਤੋਂ ਸ਼ਕਤੀਸ਼ਾਲੀ ਜਨਪਦ ਕਿਹੜਾ ਸੀ ਉਹ ਸੀ ਮਗਧ ਤੇ ਅਗਲਾ ਚੌਥਾ ਕੁਐਸਚਨ ਹੈ ਜੀ ਹੂ ਅਪਾਇੰਟਡ ਦਮਾ ਮਹਾਮਾਤਰਾ ਵੀ ਦਮ ਮਹਾਮਾਤਰਾ ਕਿੰਨੇ ਅਪਾਇੰਟ ਕੀਤਾ ਸੀ ਅਸ਼ੋਕ ਨੇ ਇਹ ਧਰਮ ਦੇ ਬਾਰੇ ਪ੍ਰਚਾਰ ਕਰਨ ਵਾਲੇ ਸੀ ਇਹ ਸਾਰੇ ਨਾ ਧਰਮ ਦਾ ਪ੍ਰਚਾਰ ਕਰਦੇ ਸੀ who founded the Mauryan Empire ਮੌਰਿਆ ਅੰਪਾਇਰ ਦਾ ਫਾਊਂਡਰ ਕੌਣ ਸੀ ਕਿਸਨੇ ਮੌਰਿਆ ਅੰਪਾਇਰ ਨੂੰ ਸ਼ਕਤੀਸ਼ਾਲੀ ਬਣਾਇਆ ਸੀ ਕੌਣ ਸੀ ਮੇਨ ਲੀਡਰ ਇਹਨਾਂ ਦਾ ਸਟਾਰਟਿੰਗ ਵਿੱਚ ਸਭ ਤੋਂ ਪਹਿਲਾ ਰਾਜਾ ਕਿਹੜਾ ਸੀ ਉਹਦਾ ਨਾਮ ਜੀ ਚੰਦਰਗੁਪਤ ਮੌਰਿਆ ਹੈ ਠੀਕ ਹੈ ਜੀ ਇਹ ਸਿਕੰਦਰ ਦੇ ਬਿਲਕੁਲ ਸਮਕਾਲੀਨ ਆ ਸਿਕੰਦਰ ਦੇ ਬਿਲਕੁਲ ਬਰਾਬਰ ਕਹਿ ਲਓ ਸਿਕੰਦਰ ਗਿਆ ਤੇ ਫਿਰ ਇਹਨੇ ਗੱਦੀ ਪ੍ਰਾਪਤ ਕਰ ਲਈ ਨੰਬਰ 5 ਹੈ ਜੀ ਸੰਗਮ ਇਜ਼ ਦ ਲਿਟਰੇਚਰ ਆਫ ਦੈਟ ਲੈਂਗੁਏਜ ਜਿਹੜਾ ਸੰਗਮ ਲਿਟਰੇਚਰ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਉਹ ਤਮਿਲ ਦੇ ਵਿੱਚ ਲਿਖਿਆ ਗਿਆ ਹੈ ਤਮਿਲ ਭਾਸ਼ਾ ਦੇ ਵਿੱਚ ਸੰਗਮ ਲਿਟਰੇਚਰ ਸੱਤਵਾਂ ਕੁਐਸਚਨ ਹੈ ਜੀ ਹਰੀ ਸੇਨ ਵਾਜ਼ ਦਾ ਕੋਰਟ ਪੋਇਟ ਆਫ ਹਰੀ ਸੇਨ ਕਿਸ ਦੇ ਰਾਜ ਦਰਬਾਰ ਦਾ ਕਵੀ ਸੀ ਹਰੀ ਸੇਨ ਉਹਦਾ ਨਾਮ ਜੀ ਸਮੁੰਦਰਗੁਪਤ ਹੈ ਸਮੁੰਦਰਗੁਪਤ ਜੋ ਪਰਸਨ ਸੀ ਰਾਜਾ ਸੀ ਤੁਸੀਂ ਕਹ ਲਓ ਗੁਪਤ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਮੰਨਿਆ ਗਿਆ ਹੈ ਔਰ ਇਹਦਾ ਹੀ ਰਾਜ ਦਰਬਾਰ ਦਾ ਕਵੀ ਸੀ ਜੀ ਹਰੀ ਸੇਨ ਠੀਕ ਹੈ ਜੀ ਆ ਪੜਿਓ ਕੁਐਸਚਨ ਬਈ ਇੱਕ ਪੜ੍ਹੀ ਚਲੋ ਮੈਂ ਦੱਸੀ ਜਰਾ ਤੁਹਾਨੂੰ one by one who composed Rigveda was composed by the people living along the Indus and its tributaries ਦੇਖੋ ਉਹਨੇ ਆ ਕੁਐਸਚਨ ਹੈ ਜੀ ਪਹਿਲਾ ਵੈਰੀ ਸ਼ਾਰਟ ਉਹ ਮਲਟੀਪਲ ਚੋਇਸ ਵਾਲੇ ਸੀ ਸ਼ਾਰਟ ਕੁਐਸਚਨ ਹੈ ਉਸਨੇ ਪੁੱਛਿਆ ਜੇਮਸ ਪ੍ਰਿੰਸਪ ਕੌਣ ਸੀ ਠੀਕ ਹੈ ਜੀ ਔਰ ਕਿਹੜੀਆਂ ਉਸਨੇ ਦੋ ਏਸ਼ੀਅਨ ਸਕ੍ਰਿਪਟ ਨੂੰ ਡਿਸਿਫਰਡ ਕੀਤਾ ਸੀ ਕਿ ਉਹਨੇ ਡਿਕੋਡ ਕੀਤਾ ਸੀ ਜੇਮਸ ਪ੍ਰਿੰਸਪ ਜੀ ਇੱਕ ਇੰਗਲਿਸ਼ ਆਫੀਸਰ ਸੀ ਅੰਗਰੇਜ਼ ਸੀ ਇੱਕ ਈਸਟ ਇੰਡੀਆ ਕੰਪਨੀ 'ਚ ਕੰਮ ਕਰਦਾ ਸੀ ਔਰ ਇਸ ਨੇ ਹੀ ਬ੍ਰਹਮੀ ਤੇ ਖਰੋਸ਼ਟੀ ਲਿਪੀ ਨੂੰ ਲੱਭਿਆ ਸੀ ਜਿਹੜੀ ਕਿ ਅੱਜ ਕੱਲ੍ਹ ਸ਼ਾਇਦ ਨਹੀਂ ਹੈਗੀ ਲੇਕਿਨ ਉਸ ਸਮੇਂ ਉਸਨੇ ਪੜ੍ਹਨ ਦੇ ਵਿੱਚ ਸਭ ਤੋਂ ਜ਼ਿਆਦਾ ਕਾਮਯਾਬੀ ਉਹਨੇ ਬੰਦੇ ਨੇ ਪ੍ਰਾਪਤ ਕੀਤੀ ਹੈ ਨੰਬਰ 2 ਪੜ੍ਹੋ What were Mahajanpadas? Name a few important Mahajanpadas. ਮਹਾਜਨਪਦ ਕੀ ਹੁੰਦਾ ਜੀ ਉਹਦੇ ਮੋਟੇ ਨਾਮ ਦੱਸਣੇ ਵੀ ਕੀ ਹੈ ਜੀ ਇਹ ਹੈ ਜੀ 6th ਸੈਂਚੁਰੀ BC ਦੇ ਵਿੱਚ ਬਹੁਤ ਵੱਡੇ ਨਾ ਇੰਡੀਆ ਦੇ ਵਿੱਚ ਸਟੇਟਸ ਐਸਟੈਬਲਿਸ਼ਡ ਹੋਈਆਂ ਜਿਨ੍ਹਾਂ ਨੂੰ ਮਹਾਜਨਪਦ ਕਿਹਾ ਜਾਂਦਾ ਜੀ ਇਹ 16 ਸੀ ਗਿਣਤੀ ਦੇ ਵਿੱਚ ਜੋ ਇੰਪੋਰਟੈਂਟ ਸੀ ਜੀ ਮਗਧ ਹੀ ਸਭ ਤੋਂ ਸ਼ਕਤੀਸ਼ਾਲੀ ਕੋਸ਼ਾਲਾ ਕੁਰੂ ਅਵੰਤੀ ਪੰਚਾਲਾ ਵੱਜੀ ਤੇ ਗੰਧਾਰ ਜਿੱਥੋਂ ਦਾ ਸ਼ਕੂਨੀ ਸੀ ਇਹ ਉਹ ਆ ਨੰਬਰ ਤੀਸਰਾ ਪੜਿਓ Which Mahajanpadas emerged as the strongest one? Name any 3 of its important rulers. ਪੜ੍ਹਦੇ ਆਨਸਰ ਵੀ Magadha emerged as the most powerful Mahajanpada. Its most important rulers included Bimbisara, Ajatashatru, and Mahapadmananda. ਹਾਂਜੀ ਉਹ ਕਹਿੰਦੇ ਵੀ ਸਭ ਤੋਂ ਸ਼ਕਤੀਸ਼ਾਲੀ ਮਹਾਜਨਪਦ ਕਿਹੜਾ ਸੀ ਉਹਦੇ 3 ਪ੍ਰਮੁੱਖ ਰਾਜੇ ਦਾ ਨਾਮ ਦੱਸਣੇ ਆ ਇੰਪੋਰਟੈਂਟ ਮਗਧ ਸੀ ਤੇ ਸ਼ਕਤੀਸ਼ਾਲੀ ਜੋ ਰਾਜੇ ਸੀ ਆਪਣੇ ਸਮੇਂ ਦੇ ਉਸ ਟਾਈਮ ਤੇ 6th ਸੈਂਚੁਰੀ ਦੀ ਗੱਲ ਕੀਤੀ ਗਈ ਹੈ ਉਹਦੇ ਵਿੱਚ ਸੀ ਜੀ ਬਿੰਬਸਾਰ ਅਜਾਤਸ਼ਤਰੂ ਤੇ ਮਹਾਪਦਮਾਨੰਦ ਜਿਹੜਾ ਬਿੰਬਸਾਰ ਸੀ ਇਹਦੇ ਮੁੰਡਾ ਜਿਹੜਾ ਦੂਜਾ ਨੰਬਰ ਦੇ ਮੁੰਡਾ ਜੀ ਅਜਾਤਸ਼ਤਰੂ ਨੇ ਬਿੰਬਸਾਰ ਨੂੰ ਮਾਰ ਕੇ ਗੱਦੀ ਪ੍ਰਾਪਤ ਕੀਤੀ ਸੀ ਸ਼ੁਰੂ ਤੋਂ ਚੱਲ ਆ ਰਿਹਾ ਕੋਈ ਅੱਜ ਦੀ ਗੱਲ ਨਹੀਂ ਹੈਗੀ ਕਿ ਬਿੰਬਸਾਰ ਨੂੰ ਮਾਰ ਕੇ ਉਹਦੇ ਬੇਟੇ ਨੇ ਗੱਦੀ ਪ੍ਰਾਪਤ ਕੀਤੀ ਸੀ ਅਜਾਤਸ਼ਤਰੂ ਔਰ ਇਸ ਦੇ ਸਮੇਂ ਦੇ ਵਿੱਚ ਅਜਾਤਸ਼ਤਰੂ ਹੈ ਨਾ ਇਹਦੇ ਟਾਈਮ ਦੇ ਵਿੱਚ ਮਹਾਤਮਾ ਬੁੱਧ ਹੋਏ ਸੀ ਤੇ ਮਹਾਪਦਮਾਨੰਦ ਆ ਜੀ ਅਗਲੇ ਬੰਨੇ ਸਰ ਜੀ ਹਾਂਜੀ
ਇਹ ਕਿਹੜੇ ਸਾਡੀ ਨਵੀਂ ਐਡੀਸ਼ਨ ਬੁੱਕ ਤੇ ਨਹੀਂ, ਇਹ ਤੇ ਹੋਰ ਕੁਐਸਚਨ ਨੇ ਜੀ। ਕੁਐਸਚਨ ਤੇ ਪਤਾ ਇਹੀ ਹੋਣਗੇ। ਕਰਮਜੀਤ ਧਰਮਿੰਦਰ ਨੇ ਹੋਰ ਲਿਆਂਦੀ ਆ ਇੱਕ ਬੁੱਕ ਨਵੀਂ ਨਿਊ ਐਡੀਸ਼ਨ, ਉਹ ਆਏ ਤੋਂ ਵੀ ਉੱਤੇ ਜਿਹੜੀ ਆਪਣੇ ਲਵਿਆ, ਇਹ ਤੋਂ ਵੀ ਉੱਤੇ ਇੱਕ ਸਰ ਕਹਿ ਰਹੇ ਸੀ ਪਹਿਲਾਂ ਆਪਣੇ ਲਵੇ। ਮੈਨੂੰ ਲੱਗਦਾ ਪੁਰਾਣਾ ਐਡੀਸ਼ਨ ਹੈ ਸ਼ਾਇਦ। ਹਾਂ ਇਹ ਮੇਰੇ ਕੋਲ ਪੁਰਾਣੀ ਆ, ਇਹਨੇ ਮੇਰੇ ਕੋਲ ਬੂਟਾ ਸਿੰਘ ਤੋਂ ਮੰਗ ਲਈ ਸੀ ਮੈਂ। ਅੱਛਾ ਚਲੋ ਸਰ। ਕੁਐਸਚਨ ਤੇ ਇਹੀ ਹੋਣਗੇ। ਇਹਨੂੰ ਪੜ੍ਹ ਕੇ ਫਿਰ ਮੈਂ ਅੱਗੇ ਫਿਰ ਦੱਸਦਾ, ਫਿਰ ਤੁਹਾਨੂੰ ਨਾ ਪੀਰੀਅਡ ਲਾ ਕੇ 2 ਲਗਾਤਾਰ ਪੀਰੀਅਡ ਫਿਰ ਦੱਸ ਦਿਆਂਗੇ ਵਿੱਚ ਕੀ ਕਰਨਾ, ਠੀਕ ਹੈ ਨਾ। ਓਕੇ ਸਰ। ਸੈਂਡ ਕਰ ਦਿਓ, ਮੈਂ ਉਹ ਵੀ ਅੱਗੇ ਫਿਰ ਤੁਹਾਨੂੰ ਤੋਂ ਪੜ੍ਹਾ ਦੂੰਗਾ, ਮੈਨੂੰ ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ ਨਾ। ਗਰੁੱਪ ਚ ਪਾ ਦਿਓ ਤੁਸੀਂ ਨੈਕਸਟ ਪੀਰੀਅਡ ਦੇ ਵਿੱਚ। ਚਲੋ ਜੀ ਅਗਲਾ ਪੜ੍ਹੋ ਕੁਐਸਚਨ ਨੰਬਰ 4। What was the early capital of Magadha? Tell its one feature. In the 4th century BCE, which city was made the capital of Magadha? Rajgadha, present day Rajgir, was the early capital of Magadha. The city signified the house of the king. It was a fortified settlement and was located among the hills. In the 4th century BCE, its capital was shifted to Pataliputra, present day Patna. ਦੇਖੋ ਜੀ ਨੇ ਇਹ ਪੁੱਛਿਆ ਕਿ ਸਭ ਤੋਂ ਸਟਾਰਟਿੰਗ ਦੇ ਵਿੱਚ ਮਗਧ ਦੀ ਰਾਜਧਾਨੀ ਕਿਹੜੀ ਸੀ, ਉਹਦਾ ਇੱਕ ਫੀਚਰ ਦੱਸਣਾ ਹੈ ਜੀ। ਚੌਥੀ ਤੋਂ 4th ਸੈਂਚੁਰੀ ਦੇ ਵਿੱਚ BC ਦੇ ਵਿੱਚ ਸਿਟੀ ਵਾਸ ਮੇਡ ਦਾ ਕੈਪੀਟਲ ਆਫ ਮਗਧਾ, ਕਿਹੜੀ ਫਿਰ ਉਹਦੀ ਕੈਪੀਟਲ ਬਣਾ ਦਿੱਤੀ ਗਈ। ਰਾਜਗਾਹਾ ਬੋਲਦੇ ਉਸ ਨੂੰ, ਪ੍ਰੈਜ਼ੈਂਟ ਡੇ ਰਾਜਗੀਰ ਹੈ ਉਹਦਾ ਨਾਮ ਸਹੀ, ਤੇ ਇਹ ਸਟਾਰਟਿੰਗ ਦੀ ਕੈਪੀਟਲ ਸੀ ਮਗਧ ਦੀ। ਤੇ ਇਹਦੀ ਇੱਕ ਸਿਗਨੀਫੀਕੈਂਟ ਇਹ ਸੀ ਕਿ ਇਸ ਨੂੰ ਬੋਲਦੇ ਕਿ ਹਾਊਸ ਆਫ ਦਾ ਕਿੰਗ, ਰਾਜਗ੍ਰਹਿ ਯਾਨੀ ਕਿ ਜਿੱਥੇ ਰਾਜਾ ਦਾ ਘਰ ਹੈ, ਇਹਦਾ ਮਤਲਬ ਇਹ ਆ। ਤੇ ਉਹਦੇ ਫੋਰਟੀਫਿਕੇਸ਼ਨ ਕੀਤੀ ਗਈ ਸੀ, 4 ਦੀਵਾਰੀ ਕੀਤੀ ਗਈ ਸੀ, ਔਰ ਇਹਦੇ ਚਾਰੋਂ ਪਹਾੜ ਸੀ, ਪਹਾੜਾਂ ਦੇ ਵਿੱਚ ਸੀ ਇਹ। ਤੇ 4th ਸੈਂਚੁਰੀ BC ਦੇ ਵਿੱਚ ਇਹਨੂੰ ਸ਼ਿਫਟ ਕਰ ਦਿੱਤਾ ਗਿਆ ਜੀ ਪਾਟਲੀਪੁੱਤਰ ਦੇ ਵਿੱਚ, ਜਿਹੜੀ ਕਿ ਅੱਜ ਦੇ ਦਿਨ ਪਟਨਾ ਬੋਲਦੇ ਜਿਹਨੂੰ ਆਪਾਂ। ਚਲੋ ਜੀ। Who was Chandragupta Maurya? Up to where did he extend his control? Chandragupta Maurya was the founder of Mauryan Empire. He founded it in 321 BC. He extended his control till far northeast as Afghanistan and Baluchistan. ਉਹਨੇ ਪੁੱਛਿਆ ਚੰਦਰਗੁਪਤ ਮੌਰਿਆ ਕੌਣ ਸੀ ਔਰ ਉਸਦਾ ਜਿਹੜਾ ਕੰਟਰੋਲ ਸੀ ਕਿਹੜੇ ਏਰੀਆ ਤੱਕ ਸੀ। ਚੰਦਰਗੁਪਤ ਮੌਰਿਆ ਜੀ ਮੌਰਿਆ ਵੰਸ਼ ਦਾ ਸੰਸਥਾਪਕ ਸੀ, ਰਾਜਾ ਸੀ ਪਹਿਲਾ ਉਹ, ਤੇ ਉਸਨੇ 321 ਦੇ ਵਿੱਚ ਗੱਦੀ ਪ੍ਰਾਪਤ ਕੀਤੀ ਔਰ ਉਹਦਾ ਜੋ ਰਾਜ ਸੀ ਉਹ ਨਾਰਥ ਈਸਟ ਐਜ਼ ਅਫਗਾਨਿਸਤਾਨ ਐਂਡ ਬਲੋਚਿਸਤਾਨ ਤੱਕ ਉਹਦਾ ਰਾਜ ਫੈਲਿਆ ਹੋਇਆ ਸੀ, ਠੀਕ ਹੈ ਜੀ। ਉੱਤਰ ਪੂਰਬ ਦੇ ਵਿੱਚ ਤੋਂ ਲੈ ਕੇ ਤੁਸੀਂ ਇਹ ਮੰਨ ਕੇ ਚੱਲੋ ਕਿ ਮਗਧ ਤੋਂ ਲੈ ਕੇ ਪਾਟਲੀਪੁੱਤਰ ਤੋਂ ਲੈ ਕੇ ਅਫਗਾਨਿਸਤਾਨ ਤੱਕ ਜਾਂ ਬਲੋਚਿਸਤਾਨ ਤੱਕ ਉਹਦਾ ਰਾਜ ਫੈਲਿਆ ਹੋਇਆ ਸੀ। ਅਫਗਾਨਿਸਤਾਨ ਤੁਹਾਨੂੰ ਪਤਾ ਜੋ ਬਲੋਚਿਸਤਾਨ ਪਾਕਿਸਤਾਨ ਦੇ ਵਿੱਚ ਆ। ਨੰਬਰ 6। Who was Ashoka? Which famous state did he annex into the Mauryan Empire? Ashoka was the grandson of Chandragupta Maurya. He was the most famous ruler of the Mauryan Empire. He annexed the state of Kalinga in the Mauryan Empire. ਉਹਨੇ ਪੁੱਛਿਆ ਵੀ ਅਸ਼ੋਕ ਕੌਣ ਸੀ ਔਰ ਉਹਨੇ ਕਿਹੜੀ ਯੁੱਧ ਲੜਿਆ ਸੀ ਔਰ ਕਿਹਦੇ ਉੱਪਰ ਕਬਜ਼ਾ ਕੀਤਾ, ਕਿਹੜੀ ਸਟੇਟ ਦੇ ਉੱਪਰ। ਜਿਹੜਾ ਅਸ਼ੋਕ ਸੀ ਉਹ ਚੰਦਰਗੁਪਤ ਮੌਰਿਆ ਦਾ ਪੋਤਾ ਸੀ, ਗ੍ਰੈਂਡਸਨ ਸੀ, ਔਰ ਉਹ ਸਭ ਤੋਂ ਮੋਸਟ ਫੇਮਸ ਰੂਲਰ ਮੰਨਿਆ ਗਿਆ ਜੀ ਆਪਣੇ ਸਮੇਂ ਦਾ ਮੌਰਿਆ ਅੰਪਾਇਰ ਦਾ। ਉਹਨੇ ਕਲਿੰਗਾ, ਜਿਸਨੂੰ ਕਲਿੰਗਾ ਅੱਜ ਕੱਲ੍ਹ ਉੜੀਸਾ ਬੋਲਿਆ ਜਾਂਦਾ ਜੀ, ਇਹਦੇ ਉੱਪਰ ਉਹਨੇ ਕਬਜ਼ਾ ਕੀਤਾ ਸੀ। ਇਹ 'ਚ 1.5 ਲੱਖ ਲੋਕ ਮਾਰੇ ਗਏ, 1 ਲੱਖ ਲੋਕ ਜ਼ਖਮੀ ਹੋਏ, ਬਹੁਤ ਸਾਰੇ ਲੋਕ ਫੜੇ ਗਏ। ਉਸ ਸਮੇਂ ਦੀ ਸਭ ਤੋਂ ਵੱਡਾ ਨਰਸੰਹਾਰ ਕੀਤਾ ਗਿਆ ਸੀ ਉਸ ਸਮੇਂ ਦੇ ਵਿੱਚ। ਫਿਰ ਇਸਨੇ ਇਹੀ ਲੜਾਈ ਲੜੀ ਸੀ। ਉਸ ਤੋਂ ਬਾਅਦ ਇਹਨੇ ਕੀ ਕੀਤਾ ਜੀ, ਬੌਧ ਧਰਮ ਅਪਣਾ ਲਿਆ ਬੰਦੇ ਨੇ, ਔਰ ਫਿਰ ਇਹਨੇ ਸਿਰਫ ਪ੍ਰਚਾਰ ਕੀਤਾ ਜੀ ਸ਼ਾਂਤੀ ਦਾ। ਇਹਦਾ ਬੇਟਾ ਸੀ ਸੰਗਮਿਤਰਾ ਔਰ ਪਤਾ ਕੀ ਇੱਕ ਮਹਿੰਦਰ ਨਾਮ ਸੀ ਇਹਦੇ ਬੇਟੇ ਦਾ, ਸੰਗਮਿਤਰਾ ਦੀ ਬੇਟੀ ਦਾ ਨਾਮ ਸੀ, ਜਿਨ੍ਹਾਂ ਨੇ ਬੌਧ ਧਰਮ ਦਾ ਪ੍ਰਚਾਰ ਕੀਤਾ। ਸ਼੍ਰੀਲੰਕਾ ਤੱਕ ਔਰ ਸੁਮਾਤਰਾ ਤੱਕ ਗਏ ਇਸ ਦਾ ਪ੍ਰਚਾਰ ਕਰਨ ਵਾਸਤੇ। 7ਵਾਂ। Give brief description of languages and scripts of inscription of Ashoka. Prakrit was the language used on most of the inscription of Ashoka. They were written in Brahmi script. ਉਹਨੇ ਪੁੱਛਿਆ ਵੀ ਸਭ ਤੋਂ ਜਿਹੜੀ ਲੈਂਗੁਏਜ ਸੀ ਨਾ ਉਸ ਸਮੇਂ ਦੇ ਵਿੱਚ, ਜੋ ਮੌਰੀਅਨ ਅੰਪਾਇਰ ਦੇ ਵਿੱਚ ਜਿਹੜੇ ਇਨਸਕ੍ਰਿਪਸ਼ਨ ਸੀ ਕਿਹਦੇ ਚੋਂ ਕਿਹੜੀ ਭਾਸ਼ਾ ਲਿਖੀਆਂ ਗਈਆਂ ਸੀ। ਉਹਨੇ ਕਿਹਾ ਪ੍ਰਕ੍ਰਿਤਿਕ ਲੈਂਗੁਏਜ ਹੈ ਬਈ, ਪ੍ਰਕ੍ਰਿਤਿਕ ਲੈਂਗੁਏਜ ਹੈ। ਤੇ ਜਿਹੜੀ ਇਨਸਕ੍ਰਿਪਟ ਉਹਦੀ ਉਹ ਨਾ ਬੋਲਦੇ ਵੀ ਲਿਪੀ ਕਿਹੜੀ ਸੀ, ਬ੍ਰਹਮੀ ਲਿਪੀ ਸੀ ਉਹਦੀ। ਪ੍ਰਾਕ੍ਰਿਤਿਕ ਲੈਂਗੁਏਜ ਹੈ ਔਰ ਬ੍ਰਹਮੀ ਉਹਦੀ ਲਿਪੀ ਆ। ਇਹਦੇ ਵਿੱਚ ਸਭ ਤੋਂ ਜ਼ਿਆਦਾ ਅਸ਼ੋਕ ਦੇ ਇਨਸਕ੍ਰਿਪਸ਼ਨ ਲਿਖੇ ਗਏ ਆ ਜੀ, ਠੀਕ ਹੈ ਜੀ। ਅਗਲਾ 8ਵਾਂ ਪੜੋ।
which ruler does the oldest messages on stone surface belong? What do they tell about Dhamma? ਆਨਸਰ ਪੜ੍ਹ ਕੇ ਲਿਖਿਓ। The oldest messages on stone surfaces belong to Ashoka, Mauryan ruler. He used his inscription to proclaim what he meant by Dhamma. They included the following: respect towards elders. Sir, scroll करो नीचे ਉਹ next ਮੈਂ point. ਦੂਜਾ ਚਲ ਮੈਂ ਦੱਸਦਾ, ਇੱਕ ਬੇਸ ਤੇ ਇਹ ਹੋ ਗਿਆ, ਪਹਿਲੇ ਥੋੜਾ ਸੁਣ ਲਓ। ਕਹਿੰਦੇ ਵੀ Okay, sir. ਸਭ ਤੋਂ ਪੁਰਾਣੇ ਜਿਹੜੇ ਪੱਥਰ ਦੇ ਉੱਪਰ ਲਿਖੇ ਗਏ, ਸਰਫੇਸ ਦੇ ਉੱਪਰ ਲਿਖੇ ਗਏ ਆ ਨਾ ਮੈਸੇਜ, ਉਹ ਕਿਹੜੇ ਰਾਜੇ ਦੇ ਸੀ? ਉਹ ਕੀ ਮੈਸੇਜ ਦਿੰਦੇ ਸੀ ਧਰਮ ਦੇ ਬਾਰੇ? ਧੰਮਾ ਮੀਨਸ ਧਰਮ ਆ। ਕਹਿੰਦੇ ਜੀ ਸਭ ਤੋਂ ਓਲਡੈਸਟ ਮੈਸੇਜ ਸੀ ਨਾ ਸਟੋਨ ਸਰਫੇਸ ਦੇ ਉੱਪਰ ਜੋ ਲਿਖੇ ਗਏ ਸੀ, ਅਸ਼ੋਕ ਸੀ। ਉਸ ਸਮੇਂ ਕਾਪੀ ਕਿਤਾਬ ਕੋਈ ਨਹੀਂ ਸੀ ਹੁੰਦੀ, ਤੁਹਾਨੂੰ ਇੰਨਾ ਯਾਦ ਹੋਣਾ ਚਾਹੀਦਾ ਹੈ। ਕੋਈ ਬੁੱਕਸ ਨਹੀਂ ਸੀ ਹੁੰਦੀਆਂ। ਅਗਰ ਰਾਜਾ ਨੇ ਕੁਝ ਲਿਖਣਾ ਹੋਵੇ, ਜੈਸੇ ਆਪਾਂ ਲਿਖਦੇ ਨੇ ਇੱਥੇ ਪੱਥਰ ਲਗਾ ਦਿੰਦੇ ਵੀ ਹਾਂਜੀ ਇਹਦਾ ਉਦਘਾਟਨ ਪ੍ਰਧਾਨ ਮੰਤਰੀ ਨੇ ਕੀਤਾ ਜਾਂ ਰਾਸ਼ਟਰਪਤੀ ਨੇ ਕੀਤਾ, ਉਹ ਆਪਾਂ ਉਹੀ ਪਿੱਲਰ ਜਾਂ ਚਿਣਵਾ ਦਿੰਦੇ ਇੱਟਾਂ ਦੇ ਵਿੱਚ। ਉਹ ਸੇਮ ਪ੍ਰੋਸੈਸ ਸੀ ਉੱਥੇ ਵੀ, ਠੀਕ ਹੈ ਜੀ। ਉਸੇ ਇਨਸਕ੍ਰਿਪਸ਼ਨ ਨੂੰ ਯੂਜ਼ ਕੀਤਾ ਜੀ, ਔਰ ਯਾਨੀ ਕਿ ਧਰਮ ਦੇ ਪ੍ਰਚਾਰ ਕੀਤਾ ਜੀ ਉਸਨੇ। ਉਹ 'ਚ ਜੋ ਚੀਜ਼ਾਂ ਇਨਕਲੂਡ ਸੀ ਉਹਦੇ 'ਚ ਹੀ ਰਿਸਪੈਕਟ ਟੁਆਰਡਸ ਐਲਡਰਸ, ਯਾਨੀ ਕਿ ਆਪਣੇ ਵੱਡਿਆਂ ਦੀ ਰਿਸਪੈਕਟ ਕਰਨੀ। ਹੁਣ ਮੈਂ ਦੇਖਾ ਦੂਸਰਾ ਪੇਜ ਕਿਹੜਾ ਇਹਦਾ, ਇਹ ਹੈ ਜੀ 8 ਹੈ। ਨੰਬਰ 2 ਹੈ ਜੀ ਜੈਂਡਰ ਸਿਟੀ ਟਵਾਸ ਬ੍ਰਾਹਮਣ ਐਂਡ ਸੰਨਿਆਸੀ। ਦਰਿਆ ਦਿਲੀ ਦਿਖਾਉਣੀ ਜੀ ਤੁਸੀਂ ਬ੍ਰਾਹਮਣ ਦੇ ਪ੍ਰਤੀ ਔਰ ਸੰਨਿਆਸੀ ਦੇ ਪ੍ਰਤੀ। ਨੰਬਰ 9 ਕਿੰਗ ਬਿਹੇਵੀਅਰਸ ਟਵਾਰਡਸ ਸਲੇਵਸ ਐਂਡ ਸਰਵੈਂਟਸ। ਰਾਜੇ ਦਾ ਬਿਹੇਵੀਅਰ ਕੈਸਾ ਹੋਣਾ ਚਾਹੀਦਾ ਨੌਕਰਾਂ ਪ੍ਰਤੀ ਔਰ ਗੁਲਾਮਾਂ ਪ੍ਰਤੀ। ਨੰਬਰ 4 ਰਿਸਪੈਕਟ ਫॉर द ਰਿਲੀਜੀਅਨਸ ਐਂਡ द ਟ੍ਰੈਡੀਸ਼ਨ ਆਫ द ਅਦਰਸ, ਕਿ ਦੂਜੇ ਧਰਮਾਂ ਦਾ ਧਿਆਨ ਸਨਮਾਨ ਕਰਨਾ, ਉਹਨਾਂ ਦੇ ਰੀਤੀ ਰਿਵਾਜਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਅਗਲਾ ਪੜੋ ਜੀ। What was the responsibility of the second subcommittee of the Mauryan Empire? The second subcommittee of Mauryan Empire was responsible for the conduct of transport and to procure food. In this regard, it performed the following functions: to arrange bullocks carts to carry equipment, to procure food for soldiers and fodder for animals, to recruit servants and artisans to look after the soldiers. ਤੁਹਾਨੂੰ ਪਤਾ ਗੁਪਤ ਜਿਹੜਾ ਮੌਰਿਆ ਅੰਪਾਇਰ ਸੀ ਉਸ ਸਮੇਂ ਨਾ 6 ਕਮੇਟੀਆਂ ਬਣਾਈਆਂ ਗਈਆਂ ਸੀ, ਠੀਕ ਹੈ ਜੀ। ਸੈਕੰਡ ਸਬ ਕਮੇਟੀ ਦੇ ਬਾਰੇ ਆਪਾਂ ਦੱਸਣਾ ਹੈ ਜੀ। ਸੈਕੰਡ ਸਬ ਕਮੇਟੀ ਕੀ ਕੰਮ ਕਰਦੀ ਸੀ? ਸੈਕੰਡ ਜਿਹੜੀ ਸਬ ਕਮੇਟੀ ਸੀ, ਮੌਰਿਆ ਅੰਪਾਇਰ ਵਾਜ਼ ਰਿਸਪੌਂਸਿਬਲ ਫॉर द ਕੰਡਕਟ ਆਫ ਟਰਾਂਸਪੋਰਟ ਵਾਸਤੇ ਇੱਕ ਕਮੇਟੀ ਬਣਾਈ ਗਈ ਸੀ। ਇਹਦੇ 'ਚ ਐਂਡ ਟੂ ਪ੍ਰੋਕਿਓਰ ਫੂਡ, ਖਾਣੇ ਨੂੰ ਯਾਨੀ ਕਿ ਜਿਹੜਾ ਦੂਜੇ ਲੈ ਕੇ ਜਾਣਾ, ਕਿਉਂਕਿ ਲੜਾਈ ਝਗੜੇ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਸੀ ਕਿ ਕਿਸਾਨ ਉਹਨਾਂ ਨੂੰ ਜੋ ਆਪਣੇ ਸੈਨਿਕ ਹੁੰਦੇ ਸਨ ਖਾਣੇ ਦੀ ਲੋੜ ਪੈਂਦੀ ਸੀ। ਇਟਸ ਪਰਫਾਰਮਡ ਦਾ ਫੋਲੋਇੰਗ ਫੰਕਸ਼ਨ ਹੈ, ਕੁਝ ਫੰਕਸ਼ਨ ਸੀ ਪਰਫਾਰਮ ਕਰਦੀ ਸੀ। ਟੂ ਅਰੇਂਜ ਦਾ ਬੁਲਕ ਕਾਰਟਸ ਟੂ ਕੈਰੀ ਇਕਵਿਪਮੈਂਟ, ਸਮਾਨ ਦੀ ਢੋਆ ਢਵਾਈ ਵਾਸਤੇ ਬੈਲ ਗੱਡੀਆਂ ਦਾ ਇੰਤਜ਼ਾਮ ਕਰਦੀ ਸੀ ਕਮੇਟੀ। ਨੰਬਰ 2 ਤੇ ਸੈਨਿਕਾਂ ਵਾਸਤੇ ਖਾਣਾ ਤੇ ਪਸ਼ੂਆਂ ਵਾਸਤੇ ਚਾਰਾ, ਘੋੜਿਆਂ ਵਾਸਤੇ ਕਹਿ ਲਓ, ਹਾਥੀਆਂ ਵਾਸਤੇ ਕਹਿ ਲਓ। to recruit servants and artisans to look after the soldiers, ਨੌਕਰਾਂ ਦੀ ਭਰਤੀ ਕਰਨਾ ਤੇ ਕਲਾਕਾਰਾਂ ਦੀ ਭਰਤੀ ਕਰਨਾ ਕਿ ਜਿਹੜੇ ਸੈਨਿਕਾਂ ਦਾ ਧਿਆਨ ਰੱਖ ਸਕਣ, ਠੀਕ ਹੈ ਜੀ। ਇਹ ਸੀ ਕਮੇਟੀ। ਇਹ ਅਸ਼ੋਕ ਦਾ ਉਹ ਆ ਜੀ ਸਮਰਾਜ ਆ, ਇਹ ਮੈਪ ਦੇਖ ਲਿਓ ਤੁਸੀਂ, ਆਊਗਾ ਕਈ ਵਾਰ ਪੇਪਰ 'ਚ ਪੁੱਛ ਲੈਂਦੇ। ਨੰਬਰ ਅਗਲਾ ਪੜੋ ਜੀ, ਦੱਸੋ। Tell any 3 things that reduce the importance of the Mauryan Empire. The Mauryan Empire continued for just 150 years in the records of history. It cannot be considered as a big period. The empire could not spread to all the regions and areas of the subcontinent. The control of administration was not uniform within the borders of the state. ਹਾਂਜੀ, ਉਹਨੇ ਪਤਾ ਕੀ ਕਿਹਾ ਜੀ, 3 ਚੀਜ਼ਾਂ ਦੱਸਣੀ ਜੀ ਆਪਣਾ, ਜਿਸ ਦੇ ਕਰਕੇ ਮੌਰਿਆ ਅੰਪਾਇਰ ਰਿਡਿਊਸ ਹੋਗਾ, ਕਿ ਉਹਦੀ ਸ਼ਕਤੀ ਘਟਦੀ ਗਈ। ਕਹਿੰਦਾ ਜੀ ਮੌਰਿਆ ਅੰਪਾਇਰ ਲਗਾਤਾਰ 150 ਸਾਲ ਤੱਕ ਉਹ ਰਾਜ ਕਰਦੇ ਰਹੇ ਰਾਜੇ। 2 ਦਿਨ ਸ਼ਕਤੀਸ਼ਾਲੀ ਰਾਜ ਸੀ। ਅਸ਼ੋਕ ਤੋਂ ਬਾਅਦ ਮੌਰਿਆ ਅੰਪਾਇਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਉਸਨੇ ਆਪਣੀ ਜ਼ਿੰਦਗੀ 'ਚ ਫਿਰ ਕਦੀ ਲੜਾਈ ਲੜੀ ਨਹੀਂ। 262 ਤੱਕ ਸ਼ਾਇਦ, ਜਾਂ 262 ਤੋਂ ਨੀਚੇ ਕੁਛ 248 ਤੱਕ ਉਹ ਰਾਜਾ ਰਿਹਾ, 278 ਤੋਂ ਲੈ ਕੇ। ਉਸ ਸਮੇਂ ਕੋਈ ਯੁੱਧ ਨਹੀਂ ਹੋਇਆ ਜੀ। ਉਸ ਤੋਂ ਬਾਅਦ ਜਿਹੜਾ ਉਹਨੇ ਇੱਕ ਲੜਿਆ ਕਲਿੰਗ ਵਾਲਾ, ਤੇ ਸੈਨਿਕ ਕੀ ਹੋ ਗਏ, ਨਿਰਬਲ ਹੋ ਗਏ, ਕਦੀ ਲੜਾਈ ਨਹੀਂ ਕੀਤੀ, ਪ੍ਰੈਕਟਿਸ ਨਹੀਂ ਕੀਤੀ, ਤੇ ਇਸ ਕਰਕੇ ਉਹਨਾਂ ਜੋ
उत्तराधिकारी ਸੀ ਉਹ ਵੀ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ ਹੈਗੇ ਕਿ ਉਹਨੇ ਬਹੁਤ ਧਰਮ ਅਪਣਾ ਲਿਆ ਹਿੰਸਾ ਨਹੀਂ ਕਰਨੀ ਸੀ ਇਹ ਉਹ ਤੇ ਹੁਣ ਦੱਸਦੇ ਆ ਜੀ ਵੀ ਇਹਦੇ ਮਤਲਬ ਦੱਸਦੇ ਕੀ ਹੈ ਜੀ ਮੋਰ ਐਮਪਾਇਰ ਨੋਟ ਸਪਰੈਡ ਟੂ ਆਲ ਰੀਜਨਸ ਐਂਡ ਦਾ ਏਰੀਆਸ ਆਫ ਦਾ ਸਬ ਕੰਟੀਨੈਂਟ ਜਿਹੜਾ ਮੋਰ ਐਮਪਾਇਰ ਸੀ ਉਹ ਪੂਰੀ ਤਰ੍ਹਾਂ ਫੈਲ ਨਹੀਂ ਪਾਇਆ ਨਾ ਸਬ ਕੰਟੀਨੈਂਟ ਦੇ ਵਿੱਚ ਨਾ ਹੀ ਉਸ ਰੀਜਨ ਦੇ ਵਿੱਚ ਦੇ the controls the administration was not uniform within the borders of the state ਜਿਹੜਾ ਕੰਟਰੋਲ ਸੀ ਨਾ ਪ੍ਰਸ਼ਾਸਨ ਦਾ ਉਹ ਵੀ ਸਹੀ ਨਹੀਂ ਸੀ ਹੈਗਾ ਇੱਕ ਸਮਾਨ ਨਹੀਂ ਸੀ ਹੈਗਾ ਆਪਣੇ ਏਰੀਆ ਦੇ ਵਿੱਚ ਯਾਨੀ ਕਿ ਜਿੱਥੇ ਤੱਕ ਉਹਦੀ ਬਾਉਂਡਰੀ ਸੀ ਉੱਥੇ ਤੱਕ ਪੂਰਾ ਪ੍ਰੋਪਰ ਢੰਗ ਨਾਲ ਉਹ ਨਹੀਂ ਕੰਮ ਕਰ ਪਾਏ ਪ੍ਰਸ਼ਾਸਨ ਸਹੀ ਢੰਗ ਨਾਲ ਨਹੀਂ ਕੰਮ ਨਹੀਂ ਕਰ ਪਾਇਆ ਚਲੋ ਵੀ ਕੌਣ ਪੜੇਗਾ मैं ही पढ़ देना सर पढ़ दो कोई नहीं who was the chief what are functions the chief was a powerful man he it's की लिखा सर वो समझ नहीं आ रहा राइट हैंड हिज तो बाद यार his position may or may not be hereditary position hereditary some of the function include leadership in warfare performing space rituals and arbitrating the disputes he received from his subordinates and generally distributed the among his supporters ठीक है जी मैं देख रहा हूँ उसने क्या जी चीफ कौन सी और ਇਹਦੇ ਫੰਕਸ਼ਨ ਕੀ ਸੀ ਚੀਫ ਹੁੰਦਾ ਜੀ ਪਾਵਰਫੁਲ ਸ਼ਕਤੀਸ਼ਾਲੀ ਆਦਮੀ ਸੀ ਔਰ ਉਹਦੀ ਪੋਜੀਸ਼ਨ ਹੁੰਦੀ ਸੀ ਉਹ ਜਨਮਜਾਤ ਨਹੀਂ ਸੀ ਹੈਗੀ ਹੈਰੀਡੇਟਰੀ ਨਹੀਂ ਸੀ ਹੈਗੀ ਸਮ ਆਫ ਹਿਸ ਫੰਕਸ਼ਨਸ ਇਨਕਲੂਡ ਲੀਡਰਸ਼ਿਪ ਇਨ ਵਾਰਫੇਅਰ ਉਹਦੀ ਕੀ ਕੰਮ ਕਰਦਾ ਸੀ ਲੀਡਰਸ਼ਿਪ ਹੁੰਦੀ ਸੀ ਉਹਦੀ ਯੁੱਧ ਦੇ ਦੌਰਾਨ ਪਰਫਾਰਮਿੰਗ ਸਪੈਸ਼ਲ ਰਿਚੁਅਲ ਪਰਫਾਰਮ ਕਰਦਾ ਸੀ ਆਰ ਐਟਰੀਬਿਊਟਸ ਦਾ ਡਿਸਪਿਊਟ ਨੂੰ ਸੁਲਝਾਉਂਦਾ ਸੀ ਗਿਫਟ ਰਿਸੀਵ ਕਰਦਾ ਸੀ ਆਪਣੇ ਸਬੋਰਡੀਨੇਟ ਤੋਂ ਸਹਾਇਕਾਂ ਤੋਂ ਔਰ ਜਿਹਦੇ ਡਿਸਪਿਊਟ ਦੀਸ ਅਮੰਗ ਹਿਸ ਸਪੋਰਟਰ ਸੀ ਤਾਂ ਆਪਣੇ ਸਪੋਰਟਰ ਦੇ ਵਿੱਚ ਚੀਜ਼ਾਂ ਨੂੰ ਵੰਡ ਦਿੰਦਾ ਸੀ ਇੱਕ ਮਿੰਟ ਮੈਂ ਸੈਕਿੰਡ ਦੇਖੋ ਪੜਿਓ what is meant by Tamilakam name three chiefdoms emerging in Mauryan Tamilakam also give their one feature Tamilakam means the area of Deccan in further south in the subcontinent it included of present day Andhra Pradesh and Kerala with the Tamil Nadu chiefdoms of the Cholas Chairs and पीते की सर राइट हैंड साइड पूरा नजर नहीं आ रहा स्क्रीन पे एक मिनट मैं ना ਉਹਦੀ ਹੁਣ ਇੱਕ ਫੇਰ ਪਿਕ ਲਈ ਆ ਇੱਕ ਵਾਰ ਦੇਖ ਲਾਂ ਆ ਲੈ ਮੈਂ ਦੱਸਦਾ ਜੀ ਨੰਬਰ ਕਿੰਨੇ ਤੋਂ ਸਟਾਰਟ ਹੈ क्वेश्चन 12 सर ठीक है जी what is meant by तमिलकाम का मतलब दसना जी की है नेम 3 chiefdoms emerging in Mauryan Tamilakam 3 chiefdoms दसने जी ਆਪਾਂ ਜਿਹੜੇ ਤਮਿਲ ਮੌਰੀਆ ਕਾਲ ਦੇ ਦੌਰਾਨ ਸਮੇਂ ਦੇ ਜਿਹੜੇ ਯਾਨੀ ਕਿ ਰਾਜ ਬਣੇ ਸੀ ਤੇ ਉਹਨਾਂ ਦੇ ਇੱਕ ਫੀਚਰ ਵੀ ਦੱਸਣਾ ਹੈ ਜੀ ਇਹ ਤਮਿਲਕਾਮ ਦਾ ਮਤਲਬ ਜੀ ਦੱਖਣ ਦਾ ਏਰੀਆ ਹੋ ਗਿਆ ਫਰਦਰ ਸਾਊਥ in the subcontinent यानी कि अपना साउथ का एरिया जैसे तमिलनाडु हो गया कर्नाटक आ गया कुछ ऐसा it includes part of present day आंध्रा ਇਹਦੇ ਚ ਆਂਧਰਾ ਪ੍ਰਦੇਸ਼ ਹੁੰਦਾ ਜੀ ਕੇਰਲ ਹੁੰਦਾ ਤਮਿਲ ਹੁੰਦਾ ਹੈ ਤਮਿਲਨਾਡੂ ਹੁੰਦਾ ਸੌਰੀ ਔਰ ਇਹ ਜੋ ਰਾਜ ਉਸ ਸਮੇਂ ਤੁਸੀਂ ਕਹ ਲਓ ਪ੍ਰਸ਼ਾਸਨ ਸੀ ਜਾਂ ਜਿਹੜੇ ਨਵੇਂ ਵੰਸ਼ ਬਣੇ ਸੀ ਉਹਦੇ ਚ ਚੋਲ ਵੰਸ਼ ਹੈਗਾ ਸੀ ਚੇਰਾ ਸੀ ਔਰ ਪਾਂਡਿਆ ਸੀ ਇਹ ਇਸ ਏਰੀਆ ਚ ਇਹ ਅਮਰਜ ਹੋਏ ਸੀ these chiefdoms proved to be very prosperous and stable ये जो राजतंत्र सी ना बहुत ज्यादा खुशहाल सी और स्टेबल सी पढ़े आगे what was the capital of the Mauryan Empire also write the names of 4 provincial centers Pataliputra was the capital of the Maurya Empire Taxila Ujjaini and Tosali and Savarnagari were 4
provincial centers. ਉਹ ਕਹਿੰਦਾ ਜੀ ਤੁਸੀਂ ਮੌर्य ਅੰਪਾਇਰ ਦੀ ਰਾਜਧਾਨੀ ਦੱਸੋ ਔਰ 6-4 ਉਹਦੇ ਨਾ ਵੱਡੇ ਵੱਡੇ ਸ਼ਹਿਰਾਂ ਦੇ ਨਾਮ ਦੱਸੋ ਸੈਂਟਰਲ ਪ੍ਰੋਵੀਜ਼ਨ ਦੇ। ਪਾਟਲੀਪੁੱਤਰ ਰਾਜਧਾਨੀ ਸੀ ਮੌर्य ਅੰਪਾਇਰ ਦੀ, ਉਹਦੇ ਚ ਤਕਸ਼ਿਲਾ ਹੋ ਗਿਆ, ਉਜੈਨ ਹੋ ਗਿਆ, ਤੋਸ਼ਾਲੀ ਹੋ ਗਿਆ, ਸਵਰਨਗਿਰੀ, ਇਹ 4 ਪ੍ਰੋਵੀਜ਼ਨਲ ਸੈਂਟਰ ਸੀ ਇਸ ਦੇ ਮੌर्य ਅੰਪਾਇਰ ਦੇ। Name 2 kingdoms which derived revenues from long distance trade. Satavahanas, who rule over parts of western and central India. Sakas, the people of Central Asian origin, which established kingdoms in northwestern and western parts of the subcontinent. ਆਪਾਂ 2 ਨਾ ਰਾਜ ਪਰਿਵਾਰਾਂ ਦੇ ਨਾਮ ਦੱਸਣੇ ਜੀ, ਕਿੰਗਡਮ ਦੇ ਨਾਮ ਦੱਸਣੇ ਜਿਹੜੇ ਰੈਵਨਿਊ ਟੈਕਸ ਕਰਦੇ ਸੀ ਫਰੋਮ ਲੌਂਗ ਡਿਸਟੈਂਸ ਟ੍ਰੇਡ ਤੋਂ, ਲੰਬੀ ਦੂਰੀ ਦੇ ਵਪਾਰ ਤੋਂ ਜਿਹੜਾ ਨੇ ਟੈਕਸ ਇਕੱਠਾ ਕੀਤਾ ਜੀ, ਰੈਵਨਿਊ ਟੈਕਸ। ਸਾਤਵਾਹਨ ਸੀ ਜੀ who rules over the parts of western and central India, ਜਿਨ੍ਹਾਂ ਨੇ ਸੈਂਟਰਲ ਇੰਡੀਆ ਤੇ ਔਰ ਵੈਸਟਰਨ ਇੰਡੀਆ ਤੇ ਵੀ ਆਪਣਾ ਰਾਜ ਕੀਤਾ, ਜਿਹਦੇ ਚ ਅਫਗਾਨਿਸਤਾਨ ਦਾ ਏਰੀਆ ਹੁੰਦਾ ਔਰ ਪਾਕਿਸਤਾਨ ਦਾ ਏਰੀਆ ਹੁੰਦਾ ਹੈ। ਉਹਦੇ ਬਾਅਦ ਸ਼ਕ ਆਉਂਦੇ, ਸ਼ਕ ਬੋਲਦੇ ਆਪਾਂ ਇਸ ਨੂੰ। The people of Central Asian, ਇਹ ਸੈਂਟਰਲ ਏਸ਼ੀਅਨ ਦੇ ਲੋਕ ਸੀ। Original who established kingdom in northern western, ਇਹਨਾਂ ਆਪਣਾ ਰਾਜ northern western ਵਿੱਚ establish ਕਰ ਲਿਆ। And western parts of the subcontinent, ਔਰ western part ਹੈ subcontinent ਦਾ, ਉੱਥੇ ਇਹਨਾਂ ਨੇ establish ਕਰ ਲਿਆ। ਨੰਬਰ ਜੀ 15। What method did the questioners adopt to attain an exalted position? To attain the supreme position, the questioners presented themselves as an equivalent to gods. For this purpose, they got their vast statues installed at various temples. Such vast statues have been found at near Mathura in Uttar Pradesh and a temple in Afghanistan. They also prefixed the title Devilputra before their names. Devputra means the son of gods. ਉਹਦਾ ਆਪਾਂ 2 ਦੱਸਣੇ ਜੀ, ਸੌਰੀ ਕੀ ਮੈਥਡ ਸੀ ਜੀ ਕੁਸ਼ਾਣ ਵੰਸ਼ ਦਾ, ਉਹਨਾਂ ਨੇ ਕੀ ਅਡਾਪਟ ਕੀਤੀ ਜੀ ਪੋਲਿਸੀ, ਆਪਣੀ ਪੋਜੀਸ਼ਨ ਨੂੰ ਕਿਵੇਂ ਸਟਰੋਂਗ ਕੀਤਾ ਜੀ, ਆਪਣੀ ਸੁਪਰੀਮ ਪੋਜੀਸ਼ਨ ਨੂੰ ਕੰਟਰੋਲ ਕੀਤਾ ਜੀ ਉਹਨਾਂ ਨੇ। ਕੁਸ਼ਾਣ ਵੰਸ਼ ਨੇ ਉਹਨਾਂ ਨੇ ਆਪਣੇ ਆਪ ਨੂੰ ਇਕਵਲੈਂਟ ਕੀਤਾ ਜੀ ਗੋਡ ਦੇ, ਪਰਮਾਤਮਾ ਦੇ ਬਰਾਬਰ ਕਰ ਰੱਖ ਦਿੱਤਾ, ਦੇਵਤਾਵਾਂ ਦੇ ਬਰਾਬਰ। ਇਹਦਾ ਪਰਪਸ ਇਹ ਸੀ ਕਿ ਦੇ ਗੋਟ देयर ਵਾਸਟ ਸਟੇਟਸ ਇੰਸਟਾਲਡ ਐਟ ਦਾ ਵੇਰੀਅਸ ਟੈਂਪਲਸ। ਉਹਨਾਂ ਨੇ ਆਪਣੇ ਸਟੈਚੂ ਬਣਵਾਏ ਜੀ, ਕਈ ਮੰਦਿਰਾਂ ਦੇ ਵਿੱਚ ਉਹ ਲਗਵਾਏ ਵੀ। ਇਹ ਜਿਹੜੇ ਸਟੈਚੂ ਸੀ have been found at ਮੈਟ ਨੀਅਰ ਮਥੁਰਾ ਦੇ ਵਿੱਚ ਵੀ ਮਿਲੇ ਆ ਜੀ, ਉੱਤਰ ਪ੍ਰਦੇਸ਼ ਦੀ ਜਿਹੜੀ ਹੈ ਜੀ। ਔਰ ਇਹਨਾਂ ਟੈਂਪਲ ਆਫ ਇਨ ਅਫਗਾਨਿਸਤਾਨ ਦੇ ਵਿੱਚ ਮਿਲਿਆ ਮੰਦਿਰ ਹੈ ਜੀ ਇੱਕ। ਔਰ ਉਹਨਾਂ ਨੇ ਆਪਣਾ ਟਾਈਟਲ ਫਿਕਸ ਕੀਤਾ ਜੀ ਦੇਵਪੁੱਤਰਾ। ਦੇਵਪੁੱਤਰ ਦਾ ਮਤਲਬ ਹੁੰਦਾ ਜੀ ਦੇਵਤਾ ਦਾ ਬੇਟਾ, ਸਨ ਆਫ ਗੋਡਸ। ਔਰ ਇਹ ਟਾਈਟਲ ਯੂਜ਼ ਕੀਤੇ ਗਏ ਜੀ ਕੁਸ਼ਾਣਾ ਨੇ। ਰੂਲਰਸ ਵਰ ਪਰਹੈਪਸ ਇਨਸਪਾਇਰਡ ਬਾਈ ਦਾ ਚਾਈਨੀਜ਼ ਰੂਲਰ। ਇਹ ਚਾਈਨੀਜ਼ ਰੂਲਰ ਤੋਂ ਪ੍ਰਭਾਵਿਤ ਸੀ ਕਿਉਂਕਿ ਇਹ ਖੁਦ ਵੀ ਚਾਈਨੀਜ਼ ਸੀ। ਕੁਸ਼ਾਣ ਵੰਸ਼ ਵੀ ਉਹਨਾਂ ਦਾ ਇੱਕ ਸ਼ਾਖਾ ਸੀ। ਉਹਨੂੰ ਬੋਲਦੇ ਸਨਸ ਆਫ ਹੈਵਨ, ਯਾਨੀ ਕਿ ਸਵਰਗ ਦੇ ਬੇਟੇ ਬੋਲਦੇ ਸੀ ਆਪਣੇ ਆਪ ਨੂੰ। ਇਹ ਮੈਂ ਅਗਲਾ ਕੁਐਸਚਨ ਹੈ ਜੀ ਦੇਖਦਾ 16। 3 ਸੋਰਸ ਦੱਸਣੇ ਜੀ ਗੁਪਤ ਇਤਿਹਾਸ ਦੇ ਕਿਹੜੇ ਆ ਜੀ। ਉਹਦੇ ਵਿੱਚ ਹੁੰਦਾ ਲਿਟਰੇਚਰ, ਸਿੱਕੇ ਹੁੰਦੇ, ਇਨਸਕ੍ਰਿਪਸ਼ਨ ਹੁੰਦੇ, ਔਰ ਨੰਬਰ 3 ਤੇ ਹੁੰਦਾ ਜੀ ਪ੍ਰਸ਼ਸਤੀ ਹੁੰਦੀਆਂ ਜੀ, ਜੋ ਕੰਪੋਜ਼ ਕੀਤੀਆਂ ਗਈਆਂ ਜੀ ਰਾਜੇ ਦੇ ਵਾਸਤੇ ਕਵੀਆਂ ਦੁਆਰਾ, ਰਾਜੇ ਦੀ ਪ੍ਰੇਜ਼ ਵਾਸਤੇ। ਹੁਣ ਦੇਖਦੇ ਅੱਗੇ। ਇਹਦੀ ਫੋਟੋ ਸਾਫ ਨਹੀਂ ਹੈਗੀ, ਦੁਬਾਰਾ ਇੱਕ ਹੋਰ ਲੈ ਰਿਹਾ।
ये नहीं है, ये अद्दा है। पढ़ियो तुसी अगला भाई गोपी 17 पढ़ते हैं सर। when and When and who built a Sudarshan Lake Sudarshan Lake, which rulers got this lake repaired? According to an inscription, Sudarshan Lake was an artificial Xavier reservoir which was built by the local governor during the rule of the Mauryan. It was repaired by a Saka ruler Rudradaman Rudradaman and one of the rulers of the Gupta dynasty. हाँ भाई ਉਹਨੇ ਇਹ ਕਿਹਾ ਜੀ ਜੋ ਸੁਦਰਸ਼ਨ ਲੇਕ ਸੀ ਝੀਲ ਸੀ ਉਹ ਕਿੰਨੇ ਬਣਾਈ ਉਹ ਇਹਨੂੰ ਦੁਬਾਰਾ ਫਿਰ ਮਤਲਬ ਕਿਸਨੇ ਉਹਨੂੰ ਕੀ ਕੀਤਾ ਜੀ ਦੁਬਾਰਾ ਇਹਦੀ ਰਿਪੇਅਰ ਕਰਵਾਈ ਇਨਸਕ੍ਰਿਪਸ਼ਨ ਦੇ ਦੌਰਾਨ ਵੀ ਅਕੋਰਡਿੰਗ ਜੋ ਸੁਦਰਸ਼ਨ ਝੀਲ ਸੀ ਆਰਟੀਫੀਸ਼ੀਅਲ ਰਿਜ਼ਰਵੇਰੀਅਲ ਸੀ ਯਾਨੀ ਕਿ ਇੱਕ ਆਰਟੀਫੀਸ਼ੀਅਲ ਪਾਣੀ ਦਾ ਸਰੋਤ ਬਣਾਇਆ ਗਿਆ ਸੀ ਜੋ ਲੋਕਲ ਗਵਰਨਰ ਨੇ ਬਣਾਇਆ ਸੀ ਜੀ ਮੌਰਿਆ ਕਾਲ ਦੇ ਸਮੇਂ ਦੇ ਵਿੱਚ ਤੇ ਇਸ ਨੂੰ ਦੁਬਾਰਾ ਸ਼ਕਰ ਰੂਲਰ ਸੀ ਰੁਦਰਦਮਨ one of the rulers of the Gupta dynasty Gupta dynasty ਦਾ ਇੱਕ ਵੰਸ਼ ਦੇ ਮਤਲਬ ਉਹਦੇ ਨਾਲ ਕਹਿ ਲਓ ਵੀ ਸੰਬੰਧਿਤ ਸੀ ਉਸਨੇ ਇਹਨੂੰ ਰੁਦਰਦਮਨ ਨੇ ਇਸ ਨੂੰ ਬਣਾਇਆ ਸੀ ਝੀਲ ਨੂੰ ਗੋਪੀ ਫਿਰ